7ਵੀਂ ਸ਼੍ਰੇਣੀ ਵਿੱਚ ਪੜ੍ਹਨ ਵਾਲੇ ਵਿਦਿਆਰਥੀਆਂ ਦਾ ਨਿੱਘਾ ਸਵਾਗਤ ਕਰਦੀ ਹਾਂ। ਜੀ ਆਇਆਂ ਨੂੰ ਆਖਦੀ ਹਾਂ। ਵਿਦਿਆਰਥੀਓ, ਨਵੀਂ ਉਡਾਨ ਪੰਜਾਬੀ ਪਾਠ ਪੁਸਤਕ 7 ਦਾ ਪਾਠ ਨੰਬਰ 18 ਅਸੀਂ ਪੜ੍ਹਨਾ ਸ਼ੁਰੂ ਕੀਤਾ ਸੀ, ਗੀਤਾਂ ਦਾ ਬਾਦਸ਼ਾਹ, ਜਿਸ ਦਾ ਪਹਿਲਾ ਪੰਨਾ ਅਸੀਂ ਪੜ੍ਹਿਆ ਸੀ। ਕਵਿਤਾ ਭਾਗ ਤੱਕ ਅਸੀਂ ਇਹਨੂੰ ਪੜ੍ਹ ਚੁੱਕੇ ਹਾਂ ਅਤੇ ਅਗਲਾ ਪੈਰਾ ਅਸੀਂ ਸ਼ੁਰੂ ਕਰਨਾ ਹੈ, ਜਿਸ ਵਿੱਚ ਨੰਦ ਲਾਲ ਨੂਰਪੁਰੀ ਦੀ ਗੱਲ ਕੀਤੀ ਗਈ ਹੈ। ਇੱਕ ਅਜਿਹਾ ਗੀਤਕਾਰ ਜਿਸ ਨੇ ਆਪਣੇ ਗੀਤਾਂ ਦੇ ਵਿੱਚ ਪੰਜਾਬੀ ਸੱਭਿਆਚਾਰ ਦੇ ਹਰ ਪੱਖ ਦਾ ਵਰਣਨ ਕੀਤਾ ਹੈ ਅਤੇ ਬਹੁਤ ਹੀ ਵਧੀਆ ਤਰੀਕੇ ਨਾਲ ਕੀਤਾ ਹੈ, ਔਰ ਉਸ ਦੇ ਗੀਤ ਬਹੁਤ ਮਕਬੂਲ ਵੀ ਹੋਏ ਹਨ। ਹੁਣ ਤੱਕ ਵੀ ਉਹਨਾਂ ਗੀਤਾਂ ਨੂੰ ਗਾਇਆ ਜਾ ਰਿਹਾ ਹੈ, ਜ਼ੁਬਾਨਾਂ ਦੇ ਉੱਤੇ ਚੜ੍ਹੇ ਹੋਏ ਹਨ। ਸ਼ੁਰੂ ਕਰਦੇ ਹਾਂ ਪੰਨਾ ਨੰਬਰ 133 ਤੋਂ ਅੱਗੇ ਪੜ੍ਹਨਾ। ਪੰਜਾਬੀ ਦੇ ਇਸ ਪ੍ਰਸਿੱਧ ਗੀਤਕਾਰ ਦਾ ਜਨਮ ਸੰਨ 1906 ਵਿੱਚ ਲਾਇਲਪੁਰ ਦੇ ਪਿੰਡ ਨੂਰਪੁਰ ਵਿਖੇ ਹੋਇਆ। ਲਾਇਲਪੁਰ ਜ਼ਿਲ੍ਹੇ ਦੇ ਪਿੰਡ ਨੂਰਪੁਰ ਵਿਖੇ ਜਨਮ ਹੋਇਆ 1906 ਦੇ ਵਿੱਚ। ਲਾਇਲਪੁਰ ਜ਼ਿਲ੍ਹਾ ਹੁਣ ਪਾਕਿਸਤਾਨ ਵਿੱਚ ਹੈ। ਉਹਨਾਂ ਦੇ ਪਿਤਾ ਦਾ ਨਾਮ ਬਿਸ਼ਨ ਸਿੰਘ ਅਤੇ ਮਾਤਾ ਦਾ ਨਾਮ ਹੁਕਮਦੇਈ ਸੀ। ਖਾਲਸਾ ਹਾਈ ਸਕੂਲ ਤੋਂ ਮੈਟ੍ਰਿਕ ਪਾਸ ਕਰਕੇ ਉਹ ਖਾਲਸਾ ਕਾਲਜ ਵਿੱਚ ਦਾਖਲ ਹੋਇਆ। ਮੈਟ੍ਰਿਕ ਹੁੰਦੀ 10th ਸਟੈਂਡਰਡ ਦੀ ਸਟੱਡੀ। 10th ਕਲਾਸ ਕਰਨ ਤੋਂ ਬਾਅਦ ਉਹਨਾਂ ਨੇ ਖਾਲਸਾ ਕਾਲਜ ਵਿੱਚ ਦਾਖਲਾ ਲੈ ਲਿਆ। ਪਹਿਲਾਂ ਖਾਲਸਾ ਹਾਈ ਸਕੂਲ ਦੇ ਵਿੱਚੋਂ ਉਹਨਾਂ ਨੇ 10ਵੀਂ ਜਮਾਤ ਪਾਸ ਕੀਤੀ ਹੈ। ਉਸ ਵੇਲੇ ਆਜ਼ਾਦੀ ਦੀ ਲਹਿਰ ਪੂਰੇ ਜ਼ੋਰਾਂ 'ਤੇ ਸੀ। ਉਹ ਵੀ ਇਸ ਲਹਿਰ ਦੇ ਪ੍ਰਭਾਵ ਹੇਠ ਆ ਗਿਆ। ਇੱਕ ਪਾਸੇ ਦੇਸ਼ ਦੀ ਆਜ਼ਾਦੀ ਦਾ ਸੰਗਰਾਮ ਭਖਿਆ ਹੋਇਆ ਸੀ, ਦੂਜੇ ਪਾਸੇ ਦੇਸ਼ ਤੋਂ ਮਰ ਮਿਟਣ ਵਾਲੇ ਦੇਸ਼ ਭਗਤਾਂ ਦੀ ਘਰ ਘਰ ਚਰਚਾ ਆਮ ਬਣੀ ਹੋਈ ਸੀ। ਇਹਨਾਂ ਰਾਜਸੀ ਉਭਾਰਾਂ ਨੇ ਕਈ ਲਹਿਰਾਂ ਨੂੰ ਜਨਮ ਦਿੱਤਾ। ਅੰਗਰੇਜ਼ੀ ਰਾਜ ਦੀ ਪੈਦਾ ਕੀਤੀ ਸੰਪਰਦਾਇਕਤਾ ਦੇ ਹੱਦਾਂ ਬੰਨੇ ਟੁੱਟ ਰਹੇ ਸਨ ਅਤੇ ਰਾਸ਼ਟਰੀ ਭਾਵਨਾ ਦਾ ਜਜ਼ਬਾ ਵੱਧ ਰਿਹਾ ਸੀ। ਜਦੋਂ ਉਹਨਾਂ ਨੇ ਦਾਖਲਾ ਲਿਆ ਸੀ, ਕਾਲਜ ਦੀ ਸਟੱਡੀ ਸ਼ੁਰੂ ਕੀਤੀ ਸੀ ਅਤੇ ਜ਼ੋਰ ਸੀ ਆਜ਼ਾਦੀ ਦੇ ਸੰਗਰਾਮ ਦਾ। ਸੰਗਰਾਮ ਹੁੰਦਾ ਯੁੱਧ, ਸੰਘਰਸ਼ ਜਿਹੜਾ ਵਿੱਢਿਆ ਸੀ ਦੇਸ਼ ਦੀ ਆਜ਼ਾਦੀ ਲਈ, ਅਤੇ ਸੰਪਰਦਾਇਕਤਾ ਪੈਦਾ ਕੀਤੀ ਜਾਂਦੀ ਹੈ ਕਿ ਜਿਹਦੇ ਨਾਲ ਆਪਸ ਵਿੱਚ ਧਾਰਮਿਕ ਫੁੱਟ ਪਵਾਈ ਜਾਵੇ ਲੋਕਾਂ ਦੀ। ਸੋ ਉਹਨਾਂ ਹੱਦਾਂ ਬੰਨਿਆਂ ਨੂੰ ਤੋੜ ਕੇ ਰਾਸ਼ਟਰੀ ਭਾਵਨਾ ਦਾ ਜਜ਼ਬਾ ਸਭ ਦੇ ਅੰਦਰ ਵੱਧ ਰਿਹਾ ਸੀ। ਇਸ ਲਹਿਰ ਦਾ ਪ੍ਰਭਾਵ, ਇਸ ਸੰਗਰਾਮ ਦਾ, ਇਸ ਸੰਘਰਸ਼ ਦਾ ਪ੍ਰਭਾਵ ਨੰਦ ਲਾਲ ਨੂਰਪੁਰੀ ਦੇ ਉੱਪਰ ਵੀ ਪਿਆ। ਜਲਸੇ ਜਲੂਸ, ਕਵੀ ਦਰਬਾਰਾਂ ਦਾ ਦੌਰ ਆਪਣਾ ਸਮਾਂ ਬਣ ਰਿਹਾ ਸੀ। ਇਸ ਦੌਰ ਨੇ ਪੰਜਾਬੀ ਦੇ ਕਈ ਨਾਮਵਰ ਹੁੰਦੇ ਨੇ ਪ੍ਰਸਿੱਧ ਸ਼ਾਇਰਾਂ ਨੂੰ ਜਨਮ ਦਿੱਤਾ। ਉਹਨਾਂ ਵਿੱਚ ਇੱਕ ਨਾਂ ਨੰਦ ਲਾਲ ਨੂਰਪੁਰੀ ਦਾ ਵੀ ਉੱਭਰਿਆ ਅਤੇ ਫਿਰ ਪੰਜਾਬੀ ਕਵਿਤਾ ਦੇ ਅਸਮਾਨ ਉੱਪਰ ਸਦਾ ਵਾਸਤੇ ਚਮਕਣ ਲੱਗਾ। ਸੋ ਬੜੇ ਕਵੀ, ਗੀਤਕਾਰ ਉਦੋਂ ਉੱਭਰ ਰਹੇ ਸਨ, ਜਿਨ੍ਹਾਂ ਦੇ ਵਿੱਚ ਇਸ ਸ਼ਾਇਰ ਦਾ ਨਾਮ ਵੀ ਆਇਆ, ਇਸ ਗੀਤਕਾਰ ਦਾ ਵੀ ਨਾਮ ਆਇਆ, ਜੋ ਲੋਕਾਂ ਨੂੰ ਪ੍ਰੇਰਨਾ ਦੇ ਰਹੇ ਸਨ ਆਪਣੇ ਗੀਤਾਂ ਰਾਹੀਂ, ਆਪਣੀ ਸ਼ਾਇਰੀ ਰਾਹੀਂ, ਆਪਣੀ ਕਵਿਤਾ ਰਾਹੀਂ, ਕਿ ਜਿਹਦੇ ਨਾਲ ਲੋਕਾਂ ਦੇ ਵਿੱਚ ਉਤਸ਼ਾਹ ਪੈਦਾ ਹੋਵੇ ਅਤੇ ਦੇਸ਼ ਭਗਤੀ ਦੀ ਲੱਗ ਲੱਗੇ, ਲਹਿਰ ਜਨਮੇ, ਦੇਸ਼ ਭਗਤੀ ਦੀ ਜਾਗ ਉੱਠੇ। ਸਮੇਂ ਦੇ ਇਸ ਪ੍ਰਭਾਵ ਹੇਠ ਉਹਨਾਂ ਨੇ ਕਾਲਜ ਦੀ ਪੜ੍ਹਾਈ ਵਿੱਚ ਛੱਡ ਦਿੱਤੀ ਅਤੇ ਆਜ਼ਾਦ ਤਬੀਅਤ ਦੇ ਮਾਲਕ, ਆਜ਼ਾਦ ਰਹਿਣ ਵਾਲੇ ਸਨ। ਸੁਭਾਅ ਆਜ਼ਾਦੀ ਵਾਲਾ ਸੀ, ਕਿਸੇ ਦੇ ਦਬਾਅ ਥੱਲੇ ਨਹੀਂ ਸਨ ਆਉਂਦੇ। ਆਜ਼ਾਦ ਤਬੀਅਤ ਦੇ ਮਾਲਕ ਨੰਦ ਲਾਲ ਨੂਰਪੁਰੀ ਨੇ ਅਜਿਹੀ ਕਵਿਤਾ ਲਿਖਣੀ ਸ਼ੁਰੂ ਕਰ ਦਿੱਤੀ ਜਿਸ ਨੂੰ ਕਵੀ ਦਰਬਾਰਾਂ ਦੀ ਸਟੇਜ ਉੱਪਰ ਬਹੁਤ ਵਾਹ ਮਿਲੀ, ਬਹੁਤ ਪ੍ਰਸਿੱਧੀ ਮਿਲੀ, ਚੰਗੀ ਲੱਗੀ ਕਵਿਤਾ। ਪਰ ਨਿਰੀਪੁਰੀ ਵਾਹ ਨਾਲ ਘਰ ਦਾ ਗੁਜ਼ਾਰਾ ਨਹੀਂ ਤੋਰਿਆ ਜਾ ਸਕਦਾ। ਨੂਰਪੁਰੀ ਜੀ ਨੇ ਇੱਕ ਸਕੂਲ ਵਿੱਚ ਮਾਸਟਰ ਦੀ ਨੌਕਰੀ ਕਰ ਲਈ, ਪਹਿਲਾਂ ਟੀਚਿੰਗ ਲਾਈਨ ਵਿੱਚ ਗਏ ਨੇ, ਪਰ ਇਹ ਵੀ ਉਹਨਾਂ ਨੂੰ ਬਹੁਤੀ ਦੇਰ ਰਾਸ ਨਾ ਆਈ। ਇਹ ਵੀ ਬਹੁਤੀ ਦੇਰ ਤੱਕ ਰਾਸ ਨਹੀਂ ਆਈ, ਚੰਗੀ ਨਹੀਂ ਲੱਗੀ, ਮਨ ਨਹੀਂ ਲੱਗਿਆ। ਉੱਚਾ ਲੰਮਾ ਕੱਦ ਕਾਠ ਅਤੇ ਸੋਹਣੀ ਬੋਲਚਾਲ ਉਹਨਾਂ ਨੂੰ ਪੁਲਿਸ ਦੇ ਮਹਿਕਮੇ ਤੱਕ ਲੈ ਗਈ। ਸੋ ਕੱਦ ਕਾਠ ਸਹੀ ਸੀ, ਸਰੀਰ ਸੋਹਣਾ ਸੀ, ਉੱਚਾ ਲੰਮਾ ਸੀ, ਜਿਸ ਕਰਕੇ ਪੁਲਿਸ ਵਿਭਾਗ ਦੇ ਵਿੱਚ, ਡਿਪਾਰਟਮੈਂਟ ਵਿੱਚ ਉਹਨਾਂ ਨੇ ਜੋਬ ਕਰਨੀ ਸ਼ੁਰੂ ਕਰ ਲਈ। ਸਿਲੈਕਸ਼ਨ ਹੋ ਗਈ, ਜਿੱਥੇ ਨੰਦ ਲਾਲ ਨੂਰਪੁਰੀ ਦੀ ਨਿਯੁਕਤੀ ਇੱਕ ਥਾਣੇਦਾਰ ਵਜੋਂ ਹੋਈ। ਥਾਣੇਦਾਰ ਬਣ ਗਏ ਅਤੇ ਉਹ ਬੀਕਾਨੇਰ ਦੇ ਇੱਕ ਥਾਣੇਦਾਰ ਬਣ ਗਿਆ। ਉਹਨਾਂ ਦਿਨਾਂ ਵਿੱਚ ਨੂਰਪੁਰੀ ਨੇ ਪੁਲਿਸ ਪਾਰਟੀ ਨਾਲ ਨਾਜਾਇਜ਼ ਸ਼ਰਾਬ ਕੱਢਣ ਵਾਲੀ ਇੱਕ ਢਾਣੀ ਉੱਪਰ ਛਾਪਾ ਮਾਰਿਆ। ਢਾਣੀ ਹੁੰਦੀ ਇੱਕ ਟੋਲੀ ਜਿਹਦੇ ਵਿੱਚ ਪਿੰਡ ਦੇ ਕੁਝ ਲੋਕ ਸ਼ਾਮਲ ਹੋਣ ਅਤੇ ਸ਼ਰਾਬ ਨਜਾਇਜ਼ ਕੱਢ ਰਹੇ ਹੋਣ, ਉਹਨਾਂ ਦੇ ਉੱਤੇ ਛਾਪਾ ਮਾਰਿਆ ਹੈ, ਫੜਿਆ ਹੈ ਉਹਨਾਂ ਨੂੰ।
ਅੱਗੋਂ ਮੁਕਾਬਲਾ ਹੋ ਗਿਆ ਤੇ ਪੁਲਿਸ ਨੂੰ ਗੋਲੀ ਚਲਾਉਣੀ ਪਈ। ਕਈ ਘੰਟੇ ਚੱਲੇ ਇਸ ਮੁਕਾਬਲੇ ਵਿੱਚ 3 ਬੰਦੇ ਮਾਰੇ ਗਏ। ਭਾਵੇਂ ਇਸ ਬਹਾਦਰੀ ਵਾਸਤੇ ਨੰਦ ਲਾਲ ਨੂਰਪੁਰੀ ਨੂੰ ਇਨਾਮ ਤੇ ਸਨਮਾਨ ਵਜੋਂ ਤਮਗਾ ਵੀ ਮਿਲਿਆ, ਪਰ ਉਹਨਾਂ ਦਾ ਮਨ ਇਸ ਕੰਮ ਤੋਂ ਉਚਾਟ ਹੋ ਗਿਆ, ਕਿਉਂਕਿ 3 ਬੰਦੇ ਮਰੇ ਉੱਥੇ। ਸੋ ਇਹ ਖੂਨ ਖਰਾਬਾ ਵੇਖ ਕੇ ਮਨ ਉਦਾਸ ਹੋ ਗਿਆ। ਭਾਵੇਂ ਪ੍ਰੇਜ਼ ਵੀ ਮਿਲੀ ਹੈ, ਤਮਗਾ ਵੀ ਮਿਲਿਆ ਹੈ, ਉਹਨਾਂ ਨੂੰ ਮੈਡਲ ਵੀ ਮਿਲਿਆ ਹੈ, ਸਨਮਾਨ ਚਿੰਨ੍ਹ, ਪਰ ਫਿਰ ਵੀ ਮਨ 'ਚ ਉਦਾਸੀ ਆ ਗਈ, ਪਰੇਸ਼ਾਨੀ ਆ ਗਈ। ਉਹਨਾਂ ਦੇ ਮਨ ਉੱਪਰ ਇਸ ਦਾ ਗਹਿਰਾ ਅਸਰ ਹੋਇਆ ਤੇ ਉਹ ਥਾਣੇਦਾਰ ਨੂੰ ਲੱਤ ਮਾਰ ਕੇ ਇੱਕ ਪੇਸ਼ਾਵਰਾਨਾ ਕਵੀ ਬਣ ਗਏ। ਫਿਰ ਪੇਸ਼ੇ ਦੇ ਤੌਰ ਤੇ ਕਵੀ ਦਾ ਕਿੱਤਾ ਹੀ ਅਪਣਾ ਲਿਆ, ਕਵਿਤਾ ਹੀ ਲਿਖਣੀ ਸ਼ੁਰੂ ਕਰ ਦਿੱਤੀ। ਉਹ ਆਪ ਭਾਵੇਂ ਹਿੰਦੂ ਪਰਿਵਾਰ ਵਿੱਚ ਪੈਦਾ ਹੋਏ ਸੀ, ਪਰ ਉਸ ਵੇਲੇ ਦੇ ਹਿੰਦੂ ਸਿੱਖ ਪ੍ਰਭਾਵ 'ਚੋਂ ਨੂਰਪੁਰੀ ਨੇ ਅਜਿਹੇ ਗੀਤ ਲਿਖੇ ਜਿਨ੍ਹਾਂ ਦੇ ਜ਼ਿਕਰ ਕਰਨਾ ਬਣਦਾ ਹੈ। ਭਾਵੇਂ ਹਿੰਦੂ ਪਰਿਵਾਰ ਦੇ ਸਨ, ਪਰ ਸਿੱਖ ਤੇ ਹਿੰਦੂ ਪ੍ਰਭਾਵ ਦੇ ਵਿੱਚੋਂ ਵੀ ਉਹਨਾਂ ਨੇ ਕੁਝ ਅਜਿਹੇ ਗੀਤ ਲਿਖੇ ਜਿਹੜੇ ਸਭ ਨੂੰ ਚੰਗੇ ਲੱਗੇ। ਚੁੰਮ ਚੁੰਮ ਰੱਖੋ ਨੀ ਕਲਗੀ ਜੁਝਾਰ ਦੀ, ਫੁੱਲਾਂ ਨਾਲ ਗੁੰਦੋ ਲੜੀ ਹੀਰਿਆਂ ਦੇ ਹਾਰ ਦੀ, ਜੰਗ ਵਿੱਚੋਂ ਲੜ ਕੇ ਸਿਪਾਹੀ ਮੇਰੇ ਆਣਗੇ, ਚੰਨ ਦਿਆਂ ਚਿਹਰਿਆਂ ਤੋਂ ਚੰਨ ਮੁਸਕਾਣਗੇ, ਵਿਹੜੇ ਵਿੱਚੋਂ ਠਾਠਾ ਮਾਰੂ ਖੁਸ਼ੀ ਸੰਸਾਰ ਦੀ, ਚੁੰਮ ਚੁੰਮ ਰੱਖੋ ਨੀ ਕਲਗੀ ਜੁਝਾਰ ਦੀ। ਸਾਹਿਬਜ਼ਾਦਿਆਂ ਦੇ ਉੱਪਰ ਇਹ ਕਵਿਤਾ ਲਿਖੀ ਸੀ ਉਹਨਾਂ ਨੇ ਕਿ ਜਦੋਂ ਸਾਹਿਬਜ਼ਾਦੇ ਜੰਗ ਵਾਸਤੇ ਗਏ ਸਨ, ਉਦੋਂ ਦੀ ਇਹ ਕਵਿਤਾ ਉਹਨਾਂ ਦੇ ਸੰਬੰਧ ਵਿੱਚ ਲਿਖੀ ਗਈ ਹੈ, ਉਹਨਾਂ ਨੂੰ ਸ਼ਰਧਾ ਦੇਣ ਲਈ ਕਿ ਕਿਵੇਂ ਉਹਨਾਂ ਦੀ ਮਾਂ, ਉਹਨਾਂ ਦੀ ਦਾਦੀ ਕਲਗੀ ਚੁੰਮ ਚੁੰਮ ਕੇ ਰੱਖਦੀ ਹੈ, ਕਲਗੀ ਪਰੋਂਦੀ ਹੈ, ਬਣਾਉਂਦੀ ਹੈ ਕਿ ਮੇਰੇ ਬੱਚੇ ਜੰਗ ਦੇ ਵਿੱਚੋਂ ਜਿੱਤ ਕੇ ਆਉਣਗੇ ਤੇ ਉਹ ਉਸ ਕਲਗੀ ਨੂੰ ਉਹਨਾਂ ਦੇ ਮੱਥੇ ਦੇ ਉੱਤੇ ਲਗਾਏਗੀ ਤੇ ਉਹਨਾਂ ਨੂੰ ਵਿਆਹੇਗੀ। ਵੱਡੇ ਸਾਹਿਬਜ਼ਾਦੇ ਦੀ ਸ਼ਹਾਦਤ ਬਾਰੇ ਇਹ ਸੰਵਾਦ ਭਾਵੇਂ ਇਤਿਹਾਸਿਕ ਨਹੀਂ, ਪਰ ਇਸ ਵਿੱਚ ਪ੍ਰਗਟਾਏ ਗਏ ਸੂਖਮ ਅਹਿਸਾਸ ਬਹੁਤ ਦਿਲ ਟੁੰਬਵੇਂ ਹਨ। ਨੂਰਪੁਰੀ ਨੂੰ ਭਾਵੁਕਤਾ ਨੂੰ ਛੋਹਣ ਦੀ ਜਾਚ ਆਉਂਦੀ ਸੀ। ਭਾਵੇਂ ਕਿ ਕਹਿੰਦੇ ਸਾਰੀਆਂ ਗੱਲਾਂ ਇਤਿਹਾਸਿਕ ਨਹੀਂ, ਪਰ ਫਿਰ ਵੀ ਇਹਦੇ ਵਿੱਚ ਜਿਹੜੇ ਸੂਖਮ ਜਿਹੇ ਅਹਿਸਾਸ ਪ੍ਰਗਟਾਏ ਗਏ ਨੇ ਉਹ ਬੜੇ ਦਿਲ ਨੂੰ ਛੋਹਣ ਵਾਲੇ ਨੇ। ਬਹੁਤ ਫੀਲਿੰਗਸ ਨੇ ਇਸ ਕਵਿਤਾ ਦੇ ਵਿੱਚ। ਕਿੱਥੇ ਮਾਤਾ ਤੋਰਿਆ ਅਜੀਤ ਤੇ ਜੁਝਾਰ ਨੂੰ, ਵਿਹੜੇ ਦੀਆਂ ਰੌਣਕਾਂ ਤੇ ਮਹਿਲਾਂ ਦੀ ਬਹਾਰ ਨੂੰ, ਪਿਤਾ ਦਸਮੇਸ਼ ਜਦੋਂ ਚਾਈ ਚਾਈ ਆਉਣਗੇ, ਅੱਜ ਕਿੱਥੋਂ ਹਾਕਾਂ ਮਾਰ ਇਹਨਾਂ ਨੂੰ ਬੁਲਾਉਣਗੇ, ਕਿਵੇਂ ਠੰਡ ਪਾਊ ਉਸ ਸੱਚੀ ਸਰਕਾਰ ਨੂੰ, ਕਿੱਥੇ ਮਾਤਾ ਤੋਰਿਆ ਅਜੀਤ ਤੇ ਜੁਝਾਰ ਨੂੰ। ਇਹ ਵੀ ਉਹਨਾਂ ਦੇ ਸੰਬੰਧ 'ਚ ਲਿਖੀ ਗਈ ਹੈ। ਗੁਰੂ ਨਾਨਕ ਦੇਵ ਜੀ ਦੇ ਮੁੱਢਲੇ ਜੀਵਨ ਦੀ ਇੱਕ ਘਟਨਾ ਨੂੰ ਨੂਰਪੁਰੀ ਦੇ ਸ਼ਬਦਾਂ ਦੇ ਨੇ ਸਦਾ ਵਾਸਤੇ ਸਜੀਵ ਕਰ ਦਿੱਤਾ। ਚਾਂਦੀ ਦੀਆਂ ਛਿੱਲੜਾਂ ਕੀ 20 ਨਕਾਰੀਆਂ, ਬੰਦਿਆ ਤੂੰ ਰੱਬ ਦੇ ਚਪੇੜਾਂ ਮਾਰੀਆਂ, ਕਾਲੂ ਚੰਡਾ ਮਾਰ ਮੂੰਹ ਜਿਹਦਾ ਤੂੰ ਰੰਗਿਆ, ਉਸ ਸੋਹਣੇ ਚੰਦ ਨੂੰ ਨਾਗਾ ਨਾ ਡੰਗਿਆ, ਉਹਦੇ ਨਾਲ ਸੋਹਣ ਤੇਰੀਆਂ ਅਟਾਰੀਆਂ, ਬੰਦਿਆ ਤੂੰ ਰੱਬ ਦੇ ਚਪੇੜਾਂ ਮਾਰੀਆਂ। ਇੱਥੇ ਜਦੋਂ ਉਹ ਘਟਨਾ 20 ਰੁਪਇਆਂ ਵਾਲੀ ਹੋਈ ਸੀ, ਉਸ ਸੰਬੰਧੀ ਇਹ ਕਵਿਤਾ ਲਿਖੀ ਗਈ ਹੈ ਕਿ ਪਿਤਾ ਮਹਿਤਾ ਕਾਲੂ ਨੇ ਚਪੇੜ ਮਾਰੀ ਸੀ ਗੁਰੂ ਨਾਨਕ ਦੇਵ ਜੀ ਨੂੰ ਕਿ ਉਹਨੇ 20 ਰੁਪਇਆਂ ਦਾ ਨੁਕਸਾਨ ਕਰ ਦਿੱਤਾ ਹੈ। ਸੋ ਉਹਨਾਂ ਦੇ ਸੰਬੰਧ ਵਿੱਚ ਇਹ ਕਵਿਤਾ ਲਿਖੀ ਹੈ ਨੰਦ ਲਾਲ ਨੂਰਪੁਰੀ ਨੇ। ਪੰਜਾਬ ਦੀ ਮੁਟਿਆਰ ਨੂੰ ਸਮਰਪਿਤ, ਮੁਟਿਆਰ ਔਰਤ ਨੂੰ ਸਮਰਪਿਤ ਉਸ ਦਾ ਗੀਤ ਨਾ ਭੁਲਾਇਆ ਜਾ ਸਕਣ ਵਾਲਾ ਹੈ। ਜਦੋਂ ਪੰਜਾਬੀ ਕੁੜੀ ਨੂੰ ਸੰਬੋਧਨ ਕਰਕੇ ਆਖਦਾ ਹੈ, ਬੱਲੇ ਨੀ ਪੰਜਾਬ ਦੀ ਇਹ ਸ਼ੇਰ ਬੱਚੀ, ਚਰਖੀ ਦਾ ਸ਼ੌਂਕ ਕੱਤਣੀ ਚਪੂਣੀਆਂ, ਰੁੱਸ ਰੁੱਸ ਬਹਿਣ ਵੀਹਣੀਆਂ ਤੇ ਕੂਹਣੀਆਂ, ਧੰਮ ਧੰਮ ਚਾਟੀ 'ਚ ਮਧਾਣੀ ਵੱਜਦੀ, ਘੰਮ ਘੰਮ ਪੌੜੀਆਂ ਤੇ ਚੜੇ ਭੱਜਦੀ, ਮੇਲ ਮੇਲ ਪਾਵੇ ਖਿੱਦੂ ਨਾਲ ਬੱਚੀਆਂ, ਭਾਬੀ ਤੇ ਨਨਾਣ ਤੁਸੀਂ ਦੋਨੋਂ ਨੱਚੀ। ਪੰਜਾਬ ਦੀਆਂ ਮੁਟਿਆਰਾਂ ਦੀ ਗੱਲ ਕੀਤੀ ਗਈ ਹੈ ਇਸ ਕਵਿਤਾ ਦੇ ਵਿੱਚ। ਸੋ ਇਸ ਤਰੀਕੇ ਨਾਲ ਉਹਨੇ ਪੰਜਾਬ ਦੇ ਸੱਭਿਆਚਾਰ ਨੂੰ ਹਰ ਪੱਖ ਤੋਂ ਉਗਾੜਨ ਦੀ ਕੋਸ਼ਿਸ਼ ਕੀਤੀ ਹੈ ਆਪਣੀਆਂ ਕਵਿਤਾਵਾਂ ਰਾਹੀਂ। ਬਹੁਤ ਸਾਰੀਆਂ ਕਵਿਤਾਵਾਂ ਅਸੀਂ ਇਸ ਪਾਠ ਦੇ ਵਿੱਚ ਪੜ੍ਹ ਰਹੇ ਹਾਂ ਤੇ ਅੱਗੋਂ ਵੀ ਪੜ੍ਹਾਂਗੇ। ਬਾਕੀ ਦਾ ਅਸੀਂ ਕੱਲ੍ਹ ਕਰਾਂਗੇ। ਅੱਜ ਲਈ ਇੰਨਾ ਹੀ। ਧੰਨਵਾਦ।